वाहिगुरु जी का खालसा वाहिगुरु जी की फतेह। भाई बाले जी ने गुरु अंगद देव जी नूं गुरु नानक देव जी की कथा सुनाई। एक समय गुरु नानक देव जी मैं ते मरदाना जंगल विच बैठे सी। मैं गुरु जी अगे बेनती कीती कि मेरा दिल करदा है मैं ਉਹ पुल ਵੇਖਾਂ ਜਿਹੜਾ ਭਗਵਾਨ ਰਾਮਚੰਦਰ ਜੀ ਨੇ ਸਮੁੰਦਰ ਤੇ ਪੱਥਰ ਤਾਰ ਕੇ ਬੱਧਾ ਸੀ। ਗੁਰੂ ਜੀ ਨੇ ਕਿਹਾ ਅਸੀਂ ਤੇਰਾ ਕਿਹਾ ਨਹੀਂ ਮੋੜਨਾ ਅਤੇ ਗੁਰੂ ਜੀ ਤਤਸ਼ੀਨ ਹੀ ਤੁਰ ਪਏ ਤੇ ਸਮੁੰਦਰ ਦੇ ਕਿਨਾਰੇ ਬੈਠ ਗਏ। ਜਿੱਥੇ ਭਗਵਾਨ ਰਾਮਚੰਦਰ ਜੀ ਨੇ ਪੁਲ ਬੰਧਵਾਇਆ ਸੀ ਉੱਥੇ ਇੱਕ ਸ਼ਿਵਲਿੰਗ ਸਥਾਪਨ ਸੀ। ਮਰਦਾਨੇ ਨੇ ਸ਼ਿਵਲਿੰਗ ਨੂੰ ਵੇਖ ਕੇ ਕਿਹਾ ਕਿ ਗੁਰੂ ਜੀ ਇੱਥੇ ਸ਼ਿਵਲਿੰਗ ਕਿਉਂ ਸਥਾਪਨ ਹੈ, ਇਸ ਦਾ ਮੈਨੂੰ ਪ੍ਰਸੰਗ ਸੁਣਾਓ ਜੀ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਮਰਦਾਨਾ ਇੱਥੇ ਜਦ ਰਾਮਚੰਦਰ ਜੀ ਬਾਂਦਰਾਂ ਦੀ ਸੈਨਾ ਲੈ ਕੇ ਆਏ ਸਨ ਤਾਂ ਸਮੁੰਦਰ ਤੋਂ ਪਾਰ ਜਾਣ ਵਾਸਤੇ ਪੁਲ ਬੰਨਣ ਲੱਗੇ ਸਨ। ਤਦ ਭਗਵਾਨ ਰਾਮਚੰਦਰ ਜੀ ਨੇ ਪਹਿਲਾਂ ਭਗਵਾਨ ਸ਼ਿਵਾ ਜੀ ਦੀ ਪੂਜਾ ਕਰਕੇ ਫਿਰ ਪੁਲ ਬੰਨਣਾ ਆਰੰਭ ਕੀਤਾ ਸੀ। ਉਸ ਸਮੇਂ ਤੋਂ ਸ਼ਿਵਲਿੰਗ ਇੱਥੇ ਸਥਾਪਨ ਹੈ। ਪੁਲ ਬੰਨ ਕੇ ਭਗਵਾਨ ਰਾਮਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕਰਕੇ ਰਾਵਣ ਨੂੰ ਮਾਰਿਆ ਸੀ। ਇਹ ਸੁਣ ਕੇ ਮਰਦਾਨੇ ਨੇ ਕਿਹਾ ਪਾਤਸ਼ਾਹ ਜੀ ਭਗਵਾਨ ਰਾਮਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕਿਉਂ ਕੀਤੀ ਤੇ ਰਾਵਣ ਨੂੰ ਕਿਉਂ ਮਾਰਿਆ, ਇਹ ਮੇਰਾ ਸੰਸਾ ਜ਼ਰੂਰ ਨਿਵਰਤ ਕਰੋ ਜੀ। ਗੁਰੂ ਜੀ ਨੇ ਕਿਹਾ ਇੱਕ ਰਾਜਾ ਦਸ਼ਰਥ ਯੋਧਿਆ ਦਾ ਰਾਜਾ ਹੋਇਆ ਹੈ। ਉਸ ਦੀਆਂ 3 ਰਾਣੀਆਂ ਸਨ, ਕੌਸ਼ਲਿਆ, ਕੈਕਈ ਤੇ ਸੁਮਿਤਰਾ। ਇਹਨਾਂ ਰਾਣੀਆਂ ਵਿੱਚੋਂ 4 ਪੁੱਤਰ ਹੋਏ। ਕੌਸ਼ਲਿਆ ਤੋਂ ਜੇਠਾ ਸਪੁੱਤਰ ਭਗਵਾਨ ਰਾਮਚੰਦਰ ਜੀ ਤੇ ਕੈਕਈ ਦੇ ਘਰ ਭਰਤ ਪੁੱਤਰ ਹੋਇਆ ਅਤੇ ਸੁਮਿਤਰਾ ਦੇ ਘਰ ਲਛਮਨ ਤੇ ਸ਼ਤਰੂਘਨ ਹੋਏ। ਸਮਾਂ ਪਾ ਕੇ ਜਦ ਰਾਜਾ ਦਸ਼ਰਥ ਜੀ ਆਪਣੇ ਵੱਡੇ ਸਪੁੱਤਰ ਭਗਵਾਨ ਰਾਮਚੰਦਰ ਜੀ ਨੂੰ ਰਾਜ ਤਿਲਕ ਦੇਣ ਲੱਗੇ ਤਾਂ ਕੈਕਈ ਨੇ ਰਾਜੇ ਤੋਂ 3 ਵਾਰ ਮੰਗੇ ਹੋਏ ਸਨ। ਉਹਨਾਂ ਅਨੁਸਾਰ ਰਾਜੇ ਨੂੰ ਮਜਬੂਰ ਕਰਕੇ ਭਗਵਾਨ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਤੇ ਆਪਣੇ ਪੁੱਤਰ ਭਰਤ ਨੂੰ ਰਾਜ ਤਿਲਕ ਦੇਣ ਦੀ ਮੰਗ ਕੀਤੀ। ਪਿਤਾ ਜੀ ਦੀ ਆਗਿਆ ਮੰਨ ਕੇ ਭਗਵਾਨ ਰਾਮਚੰਦਰ ਜੀ ਸੀਤਾ ਤੇ ਲਛਮਨ ਨਾਲ ਬਨਵਾਸ ਨੂੰ ਚਲੇ ਗਏ। ਬਨਵਾਸ ਵਿੱਚ ਰਾਵਣ ਦੀ ਭੈਣ ਸੂਪਨਖਾ ਜੋ ਬਹੁਤ ਸੁੰਦਰ ਸੀ, ਉਸਨੇ ਲਛਮਨ ਨੂੰ ਆਪਣੇ ਨਾਲ ਸ਼ਾਦੀ ਕਰਨ ਨੂੰ ਆਖਿਆ, ਪਰ ਲਛਮਨ ਨੇ ਉਸ ਦੀ ਇਹ ਗੱਲ ਨਾ ਮੰਨੀ। ਜਦ ਸੂਪਨਖਾ ਲਛਮਨ ਨੂੰ ਬਹੁਤ ਤੰਗ ਕਰਨ ਲੱਗੀ ਤਾਂ ਲਛਮਨ ਨੇ ਗੁੱਸੇ ਨਾਲ ਸੂਪਨਖਾ ਦਾ ਨੱਕ ਵੱਢ ਦਿੱਤਾ। ਸੂਪਨਖਾ ਨੇ ਆਪਣੇ ਭਾਈ ਰਾਵਣ ਨੂੰ ਜਾ ਕੇ ਦੱਸਿਆ ਤਾਂ ਉਸਨੇ ਭੈਣ ਦਾ ਬਦਲਾ ਲੈਣ ਵਾਸਤੇ ਜੋਗੀ ਦਾ ਰੂਪ ਧਾਰ ਕੇ ਸੀਤਾ ਜੀ ਨੂੰ ਚੁਰਾ ਕੇ ਲੰਕਾ ਵਿੱਚ ਲੈ ਗਿਆ। ਤਦ ਰਾਮਚੰਦਰ ਜੀ ਨੇ ਸੀਤਾ ਜੀ ਨੂੰ ਵਾਪਸ ਲਿਆਉਣ ਵਾਸਤੇ ਬਾਂਦਰਾਂ ਦੀ ਸੈਨਾ ਇਕੱਠੀ ਕਰਕੇ
ਸਮੁੰਦਰ ਤੇ ਪੁਲ ਬੱਧਾ ਤੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਵਾਪਸ ਲਿਆ ਕੇ ਅਯੋਧਿਆ ਵਿੱਚ ਕਈ ਵਰਸ ਧਰਮ ਦਾ ਰਾਜ ਭਾਗ ਕਰਕੇ ਪ੍ਰਜਾ ਨੂੰ ਪਰਮੇਸ਼ਰ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਤੇ ਪ੍ਰਜਾ ਦੀ ਪਾਲਣਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖਦੇ ਹਨ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਗਤ ਨੇਤ, ਸੁਰਗਵਾਸ ਸੁਰਗਵਰ ਕਰਾ, ਸਗਰੀ ਪੁਰੀ ਸਮੇਤ। ਚੌਪਈ। ਜੋ ਇਹ ਕਥਾ ਸੁਨੇ ਅਰ ਗਾਵੇ, ਦੁਖ ਪਾਪ ਇਹ ਨਿਕਟ ਨ ਆਵੇ। ਵਿਸ਼ਨ ਭਗਤ ਕੀ ਫਲ ਹੋਈ, ਆਦ ਬਿਆਦ ਸਵੈ ਸਕੇ ਨਾ ਕੋਈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਰਾਮ ਦੀ ਕਥਾ ਜੁਗ ਜੁਗ ਸਦਾ ਅਟਲ ਹੈ। ਭਗਵਾਨ ਰਾਮਚੰਦਰ ਜੀ ਨੂੰ ਸਤਿਕਾਰ ਨਾਲ ਰਘੁਵਰ ਵੀ ਕਹਿੰਦੇ ਹਨ। ਰਘੁਵਰ ਜੀ ਸਾਰੀ ਨਗਰੀ ਨੂੰ ਬੈਕੁੰਠ ਧਾਮ ਲੈ ਗਏ। ਜੋ ਭਗਵਾਨ ਦੀ ਕਥਾ ਸੁਣਦਾ ਤੇ ਗਾਉਂਦਾ ਹੈ, ਉਸ ਦੇ ਦੁੱਖ ਪਾਪ ਆਦੀਆਂ ਵਿਆਦੀਆਂ ਲਾਗੇ ਨਹੀਂ ਆਉਂਦੀਆਂ। ਪਰਮੇਸ਼ਰ ਦੀ ਪ੍ਰੇਮ ਭਾਵ ਨਾਲ ਭਗਤੀ ਕਰਨ ਦਾ ਬਹੁਤ ਫਲ ਹੈ ਅਤੇ ਅੰਤ ਸਮੇਂ ਵਾਹਿਗੁਰੂ ਜੀ ਦੀ ਭਗਤੀ ਬੈਕੁੰਠ ਧਾਮ ਨੂੰ ਲੈ ਜਾਂਦੀ ਹੈ। ਲੰਕਾ ਨੂੰ ਜਾਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਅਸੀਂ ਹੁਣ ਪਰਮਾਤਮਾ ਦਾ ਨਾਮ ਲੈ ਕੇ ਸਮੁੰਦਰ ਤੋਂ ਪਾਰ ਲੰਘਾਂਗੇ। ਇਹ ਆਖ ਕੇ ਗੁਰੂ ਜੀ ਸਮੁੰਦਰ ਉੱਤੇ ਇਸ ਤਰ੍ਹਾਂ ਤੁਰ ਪਏ ਜਿਸ ਤਰ੍ਹਾਂ ਧਰਤੀ ਉੱਤੇ ਤੁਰੀਦਾ ਹੈ। ਜਦ ਰਾਸਤੇ ਵਿੱਚ ਗਏ ਤਾਂ ਇੱਕ ਬੜਾ ਵੱਡਾ ਮੱਛ ਵੇਖ ਕੇ ਉਸ ਦੇ ਸਿਰ ਇੱਕ ਬੜਾ ਵੱਡਾ ਮੱਛ ਵੇਖ ਕੇ ਗੁਰੂ ਜੀ ਉਸ ਦੇ ਸਿਰ ਉੱਤੇ ਖੜੇ ਹੋ ਗਏ। ਮੈਂ ਤੇ ਮਰਦਾਨਾ ਉਸ ਮੱਛ ਦੀ ਪਿੱਠ ਉੱਤੇ ਖੜੇ ਹੋ ਗਏ। ਜਦ ਗੁਰੂ ਜੀ ਦੇ ਚਰਨ ਮੱਛ ਦੇ ਸਿਰ ਨੂੰ ਛੂਏ ਤਾਂ ਉਸ ਨੂੰ ਬੋਲਣ ਦੀ ਸਮਰੱਥਾ ਹੋ ਗਈ। ਉਸਨੇ ਕਿਹਾ, ਮਹਾਰਾਜ ਜੀ ਮੇਰਾ ਉਧਾਰ ਕਰੋ ਜੀ। ਗੁਰੂ ਜੀ ਨੇ ਕਿਹਾ, ਤੂੰ ਕੌਣ ਹੈ ਤੇ ਮੱਛ ਦੀ ਜੂਨ ਕਿਸ ਤਰ੍ਹਾਂ ਪਾਈ ਹੈ? ਤਦ ਮੱਛ ਨੇ ਦੀਨ ਹੋ ਕੇ ਦੱਸਿਆ ਕਿ ਮੈਂ ਰਾਜਾ ਜਨਕ ਜੀ ਦੇ ਸਮੇਂ ਪਾਣੀ ਵਿੱਚ ਖੜੇ ਹੋ ਕੇ ਬੜਾ ਤਪ ਕੀਤਾ ਸੀ। ਇੱਕ ਦਿਨ ਉੱਥੇ ਰਾਜਾ ਜਨਕ ਮਹਾਰਾਜ ਜੀ ਆ ਗਏ। ਉਹਨਾਂ ਨੇ ਮੈਨੂੰ ਆਖਿਆ, ਤੇਰੀ ਕਠਨ ਤਪੱਸਿਆ ਪੂਰੀ ਹੋ ਗਈ ਹੈ। ਹੁਣ ਤੂੰ ਸਤ ਸੰਗਤ ਕਰਿਆ ਕਰ ਤੇ ਸੇਵਾ ਕਮਾਇਆ ਕਰ। ਮੈਂ ਆਖਿਆ, ਜਦ ਮੈਂ 1 ਸਾਲ ਇਸ ਤਰ੍ਹਾਂ ਕਰਾਂਗਾ ਮੇਰਾ ਤਪ ਨਿਰਵਿਘਨ ਪੂਰਾ ਹੋ ਜਾਏਗਾ। ਇਹ ਗੱਲ ਸੁਣ ਕੇ ਰਾਜਾ ਜਨਕ ਜੀ ਨੇ ਕਿਹਾ, ਤੂੰ ਮੇਰੀ ਗੱਲ ਨਹੀਂ ਮੰਨੀ, ਇਸ ਕਰਕੇ ਤੂੰ ਪਾਣੀ ਵਿੱਚ ਰਹਿਣ ਵਾਲਾ ਇੱਕ ਬੜਾ ਮੱਛ ਹੋਵੇਗਾ। ਰਾਜਾ ਜਨਕ ਜੀ ਦੇ ਬਚਨ ਸੁਣ ਕੇ ਮੈਂ ਬਹੁਤ ਡਰ ਗਿਆ ਤੇ ਨਿਰਮਲਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰਾ ਇਸ ਜੂਨ ਤੋਂ ਉਧਾਰ ਕਿਸ ਤਰ੍ਹਾਂ ਹੋਵੇਗਾ? ਰਾਜਾ ਜੀ ਨੇ ਕਿਹਾ, ਕਲਯੁਗ ਵਿੱਚ ਜਦ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨਗੇ ਤਾਂ ਉਹਨਾਂ ਦੇ ਚਰਨ ਛੂਹਣ ਨਾਲ ਤੇਰੇ ਇਸ ਸਰਾਪ ਦਾ ਅੰਤ ਹੋਵੇਗਾ। ਤਾਂ ਮੈਂ ਪੁੱਛਿਆ, ਮੈਨੂੰ ਕਿਸ ਤਰ੍ਹਾਂ ਲੱਗੇਗਾ ਕਿ ਇਹ ਗੁਰੂ ਨਾਨਕ ਦੇਵ ਜੀ ਹਨ? ਉਹਨਾਂ ਦੇ ਚਰਨ ਛੂਹਣ ਨਾਲ ਤੈਨੂੰ ਸੋਝੀ ਹੋ ਜਾਵੇਗੀ ਕਿ ਇਹ ਨਾਨਕ ਨਿਰੰਕਾਰੀ ਹੈ। ਕਿਰਪਾ ਕਰਕੇ ਮੇਰਾ ਉਧਾਰ ਕਰ ਦਿਓ। ਮੈਂ ਤੁਹਾਡੀ
ਸ਼ਰਨ ਆਇਆ ਹਾਂ। ਮੱਛ ਦੀ ਦੇਹ ਛੁੱਟ ਗਈ ਤਾਂ ਉਹ ਗੁਰੂ ਜੀ ਦੀ ਉਸਤਤੀ ਕਰਦਾ ਹੋਇਆ ਬੈਕੁੰਠ ਧਾਮ ਨੂੰ ਚਲਾ ਗਿਆ। ਮੱਛ ਦੀ ਗਤੀ ਕਰਕੇ ਗੁਰੂ ਜੀ ਲੰਕਾ ਪਾਸ ਪਹੁੰਚ ਗਏ। ਉੱਥੇ ਬੜੇ ਬੜੇ ਦੈਂਤ ਫਿਰਦੇ ਸਨ। ਗੁਰੂ ਜੀ ਪਾਸ ਦੋ ਦੈਂਤ ਆ ਗਏ। ਉਹਨਾਂ ਨੇ ਪੁੱਛਿਆ, ਤੁਸੀਂ ਕਿੱਥੋਂ ਆਏ ਹੋ? ਕਿੱਥੇ ਇੱਥੇ ਕਿਉਂ ਬੈਠੇ ਹੋ? ਗੁਰੂ ਜੀ ਨੇ ਕਿਹਾ, ਅਸੀਂ ਭਗਵਾਨ ਰਾਮਚੰਦਰ ਜੀ ਦੇ ਦੂਤ ਹਾਂ ਤੇ ਬੇਭੀਖਨ ਨੂੰ ਮਿਲਣ ਆਏ ਹਾਂ। ਤਦ ਦੈਂਤਾਂ ਨੇ ਬੇਭੀਖਨ ਨੂੰ ਜਾ ਕੇ ਦੱਸਿਆ ਕਿ ਬਾਹਰ ਬਾਗ ਵਿੱਚ ਤਿੰਨ ਮਨੁੱਖ ਬੈਠੇ ਹਨ ਜੋ ਕਹਿੰਦੇ ਹਨ, ਅਸੀਂ ਭਗਵਾਨ ਰਾਮਚੰਦਰ ਜੀ ਦੇ ਦੂਤ ਹਾਂ ਤੇ ਬੇਭੀਖਨ ਨੂੰ ਮਿਲਣ ਵਾਸਤੇ ਆਏ हैं। ਬੇਭੀਖਨ ਤਤਕਾਲ ਹੀ ਗੁਰੂ ਜੀ ਨੂੰ ਮਿਲਣ ਵਾਸਤੇ ਨੰਗੀ ਪੈਰੀ ਤੁਰ ਪਿਆ। ਬਹੁਤ ਸਾਰੇ ਸੇਵਕ ਤੇ ਭੇਟਾ ਲਾ ਕੇ ਗੁਰੂ ਜੀ ਪਾਸ ਪਹੁੰਚ ਗਿਆ ਅਤੇ ਰਾਮ ਰਾਮ ਆਖ ਕੇ ਬੈਠ ਗਿਆ। ਗੁਰੂ ਜੀ ਪੁੱਛਿਆ, ਤੁਹਾਨੂੰ ਰਾਮਚੰਦਰ ਜੀ ਦੇ ਫਿਰ ਦਰਸ਼ਨ ਹੋਏ ਹਨ ਕਿ ਨਹੀਂ? ਬੇਭੀਖਨ ਨੇ ਕਿਹਾ, ਉਹ ਸਦਾ ਹੀ ਮੇਰੇ ਹਿਰਦੇ ਵਿੱਚ ਵਸਦੇ ਹਨ। ਜਦ ਤੋਂ ਉਹਨਾਂ ਨੇ ਮੈਨੂੰ ਲੰਕਾ ਦਾ ਰਾਜ ਬਖਸ਼ਿਆ ਹੈ, ਤਦ ਤੋਂ ਮੈਂ ਉਹਨਾਂ ਦੇ ਸਦਾ ਹੀ ਗੁਣ ਗਾਉਂਦਾ ਰਹਿੰਦਾ ਹਾਂ। ਉਪਰੰਤ ਜਦ ਮੈਂ ਭਗਵਾਨ ਰਾਮਚੰਦਰ ਜੀ ਨੂੰ ਸੀਤਾ ਮਾਤਾ ਜੀ ਨਾਲ ਅਯੋਧਿਆ ਵਿੱਚ ਛੱਡ ਕੇ ਵਾਪਸ ਮੁੜਨ ਲੱਗੇ ਨੇ ਪੁੱਛਿਆ ਸੀ ਕਿ ਹੁਣ ਮੈਨੂੰ ਤੁਹਾਡੇ ਦਰਸ਼ਨ ਕਦੋਂ ਹੋਣਗੇ? ਉਹਨਾਂ ਨੇ ਕਿਹਾ ਸੀ, ਸੰਤਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ, ਸੋ ਆਪ ਜੀ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਮੈਂ ਤੁਹਾਡੇ ਵਿੱਚ ਤੇ ਭਗਵਾਨ ਰਾਮਚੰਦਰ ਜੀ ਵਿੱਚ ਕੋਈ ਭੇਦ ਨਹੀਂ ਸਮਝਦਾ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਹੇ ਬੇਭੀਖਨ, ਤੂੰ ਤੇ ਅੱਗੇ ਹੀ ਗੁਰਮੁਖ ਹੈ। ਤੂੰ ਭਗਵਾਨ ਰਾਮਚੰਦਰ ਜੀ ਨੂੰ ਸਾਰਾ ਭੇਦ ਦੇ ਦਿੱਤਾ ਅਤੇ ਉਸਨੇ ਰਾਵਣ ਨੂੰ ਮਾਰ ਕੇ ਸਾਰੇ ਕਾਰਜ ਸਵਾਰ ਲਏ। ਸਾਡਾ ਇਹੀ ਉਪਦੇਸ਼ ਦਿਲ ਵਿੱਚ ਧਾਰਨਾ ਕਰੋ ਕਿ ਜਗਤ ਸੁਪਨੇ ਸਮਾਨ ਹੈ ਤੇ ਆਤਮਾ ਸਾਰੇ ਵਿਆਪਕ ਹੈ। ਸੰਤਾਂ ਦੀ ਸੇਵਾ ਕਰਿਆ ਕਰੋ। ਫਿਰ ਮਰਦਾਨੇ ਨੇ ਪੁੱਛਿਆ ਕਿ ਸੁਣਿਆ ਹੈ ਹਨੂਮਾਨ ਜੀ ਵੀ ਇੱਥੇ ਰਹਿੰਦਾ ਹੈ? ਬੇਭੀਖਨ ਨੇ ਕਿਹਾ, ਉਹ ਰਾਵਣ ਦੀ ਚਿਖਾ ਪਾਸ ਬੈਠਾ ਹੈ, ਪਰ ਭਗਵਾਨ ਰਾਮਚੰਦਰ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਮਸਕਾਰ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਰਾਮਚੰਦਰ ਜੀ ਦਾ ਹੀ ਅਸੀਂ ਸਰੂਪ ਹੈ, ਸਦਕੇ ਵਿਖਾ ਦਿਓ। ਤਦ ਇੱਕ ਰਾਕਸ਼ ਨੂੰ ਭੇਜ ਕੇ ਹਨੂਮਾਨ ਨੂੰ ਆਖਿਆ ਕਿ ਲੰਕਾ ਦੇ ਬਾਹਰ ਬਾਗ ਵਿੱਚ ਭਗਵਾਨ ਰਾਮਚੰਦਰ ਜੀ ਸੀਤਾ ਸਹਿਤ ਬੈਠੇ ਹਨ। ਉਹ ਤੈਨੂੰ ਬੁਲਾਉਂਦੇ ਹਨ। ਪਹਿਲਾਂ ਬੇਭੀਖਨ ਵੀ ਉਹਨਾਂ ਪਾਸ ਗਿਆ ਹੋਇਆ ਹੈ। ਇਹ ਸੁਣ ਕੇ ਹਨੂਮਾਨ ਜੀ ਪ੍ਰਸੰਨ ਹੋ ਕੇ ਰਾਕਸ਼ ਨਾਲ ਚੱਲ ਪਿਆ। ਇੱਥੇ ਗੁਰੂ ਜੀ ਨੇ ਭਗਵਾਨ ਰਾਮਚੰਦਰ ਜੀ ਦਾ ਸਰੂਪ ਧਾਰਨ ਕਰ ਲਿਆ। ਮੈਂ ਲਛਮਣ ਦਾ ਤੇ ਮਰਦਾਨੇ ਨੇ ਸੀਤਾ ਦਾ ਸਰੂਪ ਧਾਰਨ ਕਰ ਲਿਆ। ਇਤਨੇ ਨੂੰ ਹਨੂਮਾਨ ਜੀ ਆ ਗਿਆ। ਉਸਨੇ ਭਗਵਾਨ ਰਾਮਚੰਦਰ ਜੀ ਦਾ ਸਰੂਪ ਵੇਖ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਬੜਾ ਆਨੰਦ ਹੋ ਕੇ ਬੈਠ ਗਿਆ। ਉਸ ਦੇ ਮਨ ਦੀ ਪ੍ਰਸੰਨਤਾ ਵੇਖ ਕੇ ਗੁਰੂ ਜੀ ਨੇ ਕਿਹਾ, ਹੇ ਹਨੂਮਾਨ, ਜਦ ਤੂੰ ਮੈਨੂੰ ਸਰਵ ਵਿੱਚ ਵਿਆਪਕ ਜਾਣ ਲਵੇਂਗਾ, ਤੂੰ ਸਦਾ ਹੀ ਮੈਨੂੰ ਮਿਲਿਆ ਰਹੇਗਾ।
कभी भी बिछड़ना नहीं होएगा। ये जितने शरीर देख रहे हो, ये सारे सीता राम दी माया ही ने तारे होए ਹਨ। ਇਹ ਬਚਨ ਸੁਣ ਕੇ ਹਨੂਮਾਨ ਜੀ ਬੜਾ ਗਦਗਦ ਹੋ ਗਿਆ ਅਤੇ ਧੰਨ ਧੰਨ ਭਗਵਾਨ ਰਾਮਚੰਦਰ ਜੀ ਕਹਿੰਦਾ ਹੋਇਆ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਥਾਨ ਤੇ ਜਿੱਥੇ ਰਾਵਣ ਦੀ ਚਿਖਾ ਸੀ ਚਲਿਆ ਗਿਆ। ਕਥਾ ਕਰਦਿਆਂ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।